ਸਤਿ ਸ਼੍ਰੀ ਅਕਾਲ ਦੋਸਤੋ, ਸੋਸ਼ਲ ਮੀਡੀਆ ਦੇ ਮਾਧਿਅਮ ਰਾਹੀਂ ਜੁੜੇ ਸਾਰੇ ਸਰੋਤਿਆਂ ਦਾ ਮੈਂ ਗੁਰਪ੍ਰੀਤ ਸਵਾਗਤ ਕਰਦਾ ਹਾਂ। ਦੋਸਤੋ, ਅੱਜ ਦੇ ਟੌਪਿਕ ਤੇ ਗੱਲ ਕਰਨ ਤੋਂ ਪਹਿਲਾਂ ਜੋ ਮੈਂ ਸਾਰੇ ਸਰੋਤਿਆਂ ਨੂੰ, ਸਾਰੇ ਦੇਸ਼ ਵਾਸੀਆਂ ਨੂੰ ਵਧਾਈ ਦੇਣਾ ਚਾਹੁੰਦਾ, ਜੋ ਕਿ 3 ਖੇਤੀ ਕਾਨੂੰਨ ਸੀ ਉਹ ਸਰਕਾਰ ਨੇ ਵਾਪਸ ਲੈ ਲਏ ਹਨ। ਜਿਵੇਂ ਆਪਾਂ ਸਾਰਿਆਂ ਨੂੰ ਪਤਾ ਹੈ, ਪਿਛਲੇ ਲੰਮੇ ਸਮੇਂ ਤੋਂ ਕਿਸਾਨ ਆਪਣੀਆਂ ਹੱਕਾਂ ਦੇ ਲਈ ਦਿੱਲੀ ਦੀਆਂ ਬਰੂਹਾਂ ਤੇ ਬੈਠ ਕੇ ਲੜਾਈ ਲੜ ਰਹੇ ਨੇ ਤੇ ਬਹੁਤ ਸਾਰੇ ਕਿਸਾਨ ਇਸ ਚੀਜ਼ ਦੇ ਵਿੱਚ ਸ਼ਹਾਦਤ ਪਾ ਚੁੱਕੇ ਨੇ ਤੇ ਹੋਰ ਕਈ ਤਰੀਕੇ ਦੇ ਨੁਕਸਾਨ ਉਹਨਾਂ ਨੇ ਝੱਲੇ ਹਨ। ਜੇ ਆਪਾਂ ਕਹੀਏ ਉਹਨਾਂ ਦੀ ਸ਼ਹਾਦਤ ਦਾ ਮੁੱਲ ਨਹੀਂ ਪੈ ਸਕਦਾ, ਸ਼ਹੀਦ ਹੋਏ ਕਿਸਾਨਾਂ ਦੀ ਸ਼ਹਾਦਤ ਦਾ ਕੋਈ ਵੀ ਬੰਦਾ ਉਸ ਚੀਜ਼ ਦਾ ਮੁੱਲ ਨਹੀਂ ਪਾ ਸਕਦਾ, ਬਟ ਕਿਸੇ ਨਾ ਕਿਸੇ ਤਰੀਕੇ ਨਾਲ ਸਰਕਾਰ ਨੇ ਕਾਨੂੰਨ ਵਾਪਸ ਲੈ ਕੇ ਉਹਨਾਂ ਦੀ ਸ਼ਹਾਦਤ ਦਾ ਮੁੱਲ ਪੈ ਗਿਆ, ਉਹ ਇੱਕ ਲੇਖੇ ਲੱਗ ਚੁੱਕੀ ਹੈ। ਸੋ ਜੀ ਇਮੀਗ੍ਰੇਸ਼ਨ ਦੀ ਸਾਰੀ ਟੀਮ ਸਾਰੇ ਦੇਸ਼ ਵਾਸੀਆਂ ਨੂੰ ਇਸ ਲਈ ਵਧਾਈ ਦਿੰਦੀ ਹੈ ਤੇ ਸ਼ਹੀਦ ਹੋਏ ਕਿਸਾਨਾਂ ਦੀ ਸ਼ਹਾਦਤ ਨੂੰ ਅਸੀਂ ਸਲਾਮ ਕਰਦੇ ਹਾਂ। ਦੋਸਤੋ, ਗਵਰਨਮੈਂਟ ਆਫ ਇੰਡੀਆ ਦੇ ਨਾਲ ਨਾਲ ਗਵਰਨਮੈਂਟ ਆਫ ਕੈਨੇਡਾ ਵੱਲੋਂ ਵੀ ਅੱਜ ਇੱਕ ਬਹੁਤ ਖੁਸ਼ੀ ਦੀ ਖਬਰ ਆਈ ਹੈ। ਜੇ ਆਪਾਂ ਵਾਪਸ ਟੌਪਿਕ ਤੇ ਆਈਏ, ਆਪਾਂ ਗੱਲ ਕਰੀਏ ਤਾਂ ਅੱਜ ਦੇ ਦਿਨ ਤੇ ਗਵਰਨਮੈਂਟ ਆਫ ਕੈਨੇਡਾ ਵੱਲੋਂ ਵੀ ਇੱਕ ਬਹੁਤ ਚੰਗੀ ਖਬਰ ਆਈ ਹੈ, ਖੁਸ਼ੀ ਦੀ ਖਬਰ ਆਈ ਹੈ। ਸਾਡੇ ਆਲਮੋਸਟ 11 ਸਟੂਡੈਂਟ ਦੇ ਪਾਸਪੋਰਟ ਅੱਜ ਸਟੈਂਪ ਹੋ ਕੇ ਆਏ ਹਨ ਤੇ ਨਾਲ 2 ਵਿਜ਼ਟਰ ਦੀਆਂ ਅਸੀਂ ਪਾਸਪੋਰਟ ਰਿਕੁਐਸਟ ਰਿਸੀਵ ਕੀਤੀ ਹੈ। ਸੋ ਜਿਵੇਂ ਪਹਿਲਾਂ ਵੀ ਆਪਾਂ ਗੱਲ ਕਰਦੇ ਆਏ ਹਾਂ, ਕਿਤੇ ਨਾ ਕਿਤੇ ਪਹਿਲਾਂ ਜੋ ਵੀਜ਼ੇ ਦਾ ਪ੍ਰੋਸੈਸ ਸਾਲ 1.5 ਸਾਲ ਤੋਂ ਰੁਕਿਆ ਹੋਇਆ ਸੀ। ਜਦੋਂ ਦਾ ਕੋਵਿਡ ਚੱਲਿਆ, ਪ੍ਰੋਸੈਸ ਕਦੇ ਨਾਰਮਲ ਇਦਾਂ ਲੱਗਦਾ ਸੀ ਵੀ ਨਾਰਮਲ ਹੋ ਗਿਆ, ਬਟ ਉਸ ਤੋਂ 2 ਮਹੀਨਿਆਂ ਬਾਅਦ ਫਿਰ ਕਿਸੇ ਨਾ ਕਿਸੇ ਤਰੀਕੇ ਕਰਕੇ ਰੁਕ ਜਾਂਦਾ ਸੀ। ਇੱਕਦਮ ਰਿਫਿਊਜ਼ਲ ਆਉਣ ਲੱਗ ਜਾਂਦੇ ਨੇ, ਇੱਕਦਮ ਵੀਜ਼ਾ ਆਉਣ ਲੱਗ ਜਾਂਦੇ ਨੇ। ਤਾਂ ਕੁਝ ਵੀ ਆਪਾਂ ਚੰਗੇ ਤਰੀਕੇ ਨਾਲ ਸ਼ੋਰਲੀ ਕੁਝ ਵੀ ਕਹਿ ਨਹੀਂ ਸਕਦੇ ਸੀ ਵੀ ਜੀ ਹੁਣ ਨਾਰਮਲ ਹੋ ਗਿਆ, ਬਟ ਪਿਛਲੇ ਕੁਝ ਸਮੇਂ ਨਾਲੋਂ ਹੁਣ ਦੇ ਜੋ ਹਾਲਾਤ ਹਨ ਉਹਨਾਂ ਦੇ ਵਿੱਚ ਕਾਫੀ ਬਦਲਾਅ ਆਏ ਹਨ। ਅੰਬੈਸੀ ਦਾ ਪ੍ਰੋਸੈਸ ਵੀ ਨਾਰਮਲ ਹੋ ਗਿਆ, BFS ਦੀ ਸਟੈਂਪਿੰਗ ਵੀ, ਜੋ ਸਟੈਂਪਿੰਗ ਦਾ ਟਾਈਮ ਸੀ ਉਹ ਵੀ ਘੱਟ ਹੋ ਗਿਆ। ਸੋ ਹੌਲੀ ਹੌਲੀ ਉਮੀਦ ਹੈ ਵੀ ਆਉਣ ਵਾਲੇ ਸਮੇਂ ਦੇ ਵਿੱਚ ਇਸ ਤੋਂ ਵੀ ਜ਼ਿਆਦਾ ਜੋ ਪ੍ਰੋਸੈਸ ਆ ਉਹ ਸੁਖਾਲਾ ਹੋਵੇਗਾ। ਸੋ ਜੋ 11 ਪਾਸਪੋਰਟ ਜੋ ਸਾਡੇ ਆਏ ਹਨ, ਅਗਰ ਉਹਨਾਂ ਬਾਰੇ ਗੱਲ ਕਰੀਏ ਤਾਂ ਇਹਨਾਂ ਦੇ ਵਿੱਚੋਂ ਤੁਹਾਡੇ ਰੂਬਰੂ ਹੋਣ ਦਾ ਮਤਲਬ ਇਹਨਾਂ ਦੇ ਵਿੱਚੋਂ 2, 3, 4 ਪਾਸਪੋਰਟ ਇੱਦਾਂ ਦੇ ਹਨ, ਸਟੂਡੈਂਟ ਇੱਦਾਂ ਦੇ ਹਨ ਜਿਨ੍ਹਾਂ ਦੀ ਜੋ ਪ੍ਰੋਸੈਸ ਤੁਹਾਡੇ ਨਾਲ ਮੈਨੂੰ ਲੱਗਦਾ ਸੀ ਮੈਂ ਤੁਹਾਡੇ ਨਾਲ ਸਾਂਝਾ ਕਰਾਂ, ਕਿਉਂਕਿ ਕਿਤੇ ਨਾ ਕਿਤੇ ਕਈ ਚੀਜ਼ਾਂ ਹੁੰਦੀਆਂ ਉਹ ਦੱਸਣ ਵਾਲੀਆਂ ਹੁੰਦੀਆਂ ਤਾਂ ਉਹ ਦੱਸੀਆਂ ਜਾਂਦੀਆਂ, ਜਾਂ ਜੋ ਤੁਹਾਡਾ ਜਾਂ ਤੁਹਾਡੇ ਕਿਸੇ ਰਿਸ਼ਤੇਦਾਰ ਦਾ ਇੱਦਾਂ ਦਾ ਕੋਈ ਪ੍ਰੋਸੈਸ ਹੈ ਤਾਂ ਉਸਨੂੰ ਉਸ ਚੀਜ਼ ਬਾਰੇ ਨੌਲੇਜ ਮਿਲਦੀ ਹੈ। ਸੋ ਸਾਰਿਆਂ ਨਾਲੋਂ ਪਹਿਲਾ ਪਾਸਪੋਰਟ ਜੋ ਅਰਸ਼ਦੀਪ ਸਿੰਘ ਦਾ ਹੈ, ਇਹ ਵਿਲੇਜ ਦਿਉਣ ਤੋਂ ਸੀ। ਸੋ ਇਸ ਸਟੂਡੈਂਟ ਦਾ ਕੇਸ ਡਿਫਰੈਂਟ ਕਿਉਂ ਸੀ, ਕਿਉਂਕਿ ਇਸ ਦਾ ਪਹਿਲਾਂ CDI ਕਾਲਜ ਦੇ ਵਿੱਚ ਫਾਈਲ ਲੱਗੀ ਸੀ। ਜਿਵੇਂ ਆਪਾਂ ਸਾਰਿਆਂ ਨੂੰ ਪਤਾ, CDI ਕਾਲਜ ਦੇ ਨਾਲ ਹੋਰ ਕਿਊਬੇਕ ਦੇ ਕਾਲਜ ਜੋ ਬਲੈਕਲਿਸਟ ਕੀਤੇ ਸਨ, ਜੋ ਪ੍ਰਾਈਵੇਟ ਕਾਲਜ ਸਨ, ਕਿਸੇ ਨਾ ਕਿਸੇ ਤਰੀਕੇ ਕਰਕੇ ਉਹਨਾਂ ਦਾ ਜੋ ਪ੍ਰੋਸੈਸ ਸੀਗਾ ਉਹ ਕਾਫੀ ਉਹਦੇ ਵਿੱਚ ਰੁਕਿਆ ਹੋਇਆ ਸੀ ਤੇ ਵੀਜ਼ਾਸ ਨਹੀਂ ਆ ਰਹੇ ਸਨ। ਸੋ ਅਰਸ਼ਦੀਪ ਸਿੰਘ ਦਾ ਜੋ CDI ਦੇ ਬਾਅਦ ਅਸੀਂ ਜਦੋਂ ਡਾਕੂਮੈਂਟ ਰਿਕੁਐਸਟ ਆਈ ਸੀ ਤਾਂ ਕਿਸੇ ਹੋਰ ਕਾਲਜ ਦੇ ਡਾਕੂਮੈਂਟ ਅਸੀਂ ਅਪਡੇਟ ਕੀਤੇ ਸੀ ਵਿਦ ਐਕਸਪਲੇਨੇਸ਼ਨ। ਸੋ ਉਸ ਚੀਜ਼ ਦੇ ਨਾਲ ਅੱਜ ਅਰਸ਼ਦੀਪ ਦਾ ਵੀਜ਼ਾ ਆ ਚੁੱਕਿਆ, ਤੁਸੀਂ ਵੀਜ਼ਾ ਦੇਖ ਸਕਦੇ ਹੋ ਤੇ ਮੈਂ ਅਰਸ਼ਦੀਪ ਦੀ ਸਾਰੀ ਫੈਮਿਲੀ ਨੂੰ ਬਹੁਤ ਬਹੁਤ ਮੁਬਾਰਕ ਦਿੰਦਾ। ਸੋ ਦੂਸਰਾ ਉਸ ਤੋਂ ਬਾਅਦ ਜੋ ਪਾਸਪੋਰਟ ਹੈ ਉਹ ਗੁਰਦਿਆਲ ਸਿੰਘ ਦਾ ਹੈ। ਗੁਰਦਿਆਲ ਸਿੰਘ ਜੋ ਕਿ ਬਠਿੰਡਾ ਦੇ ਰਹਿਣ ਵਾਲੇ ਹਨ, ਇਹਨਾਂ ਦਾ ਐਡਰੈਸ ਜੋ ਅਰਜਨ ਨਗਰ ਬਠਿੰਡਾ ਦੇ ਵਿੱਚ ਰਹਿੰਦੇ ਹਨ। ਇਹਨਾਂ ਦਾ ਰੈੱਡ ਰਿਵਰ ਕਾਲਜ ਹੈ ਐਂਡ ਰੈੱਡ ਰਿਵਰ ਕਾਲਜ ਦੇ ਸਟੂਡੈਂਟ ਹਨ। ਮੈਂ ਗੁਰਦਿਆਲ ਸਿੰਘ ਨੂੰ ਵੀ ਮੁਬਾਰਕ ਦਿੰਦਾ, ਇਹਨਾਂ ਦਾ ਵੀ ਵੀਜ਼ਾ ਜੋ ਪਾਸਪੋਰਟ ਸਟੈਂਪ ਹੋ ਕੇ ਆ ਚੁੱਕਿਆ। ਉਸ ਤੋਂ ਬਾਅਦ ਸਿਮਰਨਪ੍ਰੀਤ ਜੋ ਕਿ ਨਾਥਪੁਰਾ ਵਿਲੇਜ ਨਾਥਪੁਰਾ, ਇਹਨਾਂ ਦਾ ਕੈਨਾਡੋਰ ਕਾਲਜ ਹੈ। ਇਹਨਾਂ ਦੀ ਪਹਿਲਾਂ ਇੱਕ ਰਿਫਿਊਜ਼ਲ ਸੀ, ਸਬਸੈਕਸ਼ਨ 216 ਦੇ ਵਿੱਚ ਵੀਜ਼ਾ ਰਿਫਿਊਜ਼ ਹੋਇਆ ਸੀ। ਉਸ ਤੋਂ ਬਾਅਦ ਵਿਦ ਐਕਸਪਲੇਨੇਸ਼ਨ ਅਸੀਂ ਰੀਅਪਲਾਈ ਕੀਤਾ ਸੀ, ਤਾਂ ਲੱਕੀਲੀ ਸਿਮਰਨਪ੍ਰੀਤ ਦਾ ਵੀਜ਼ਾ ਵੀ ਜੋ ਸਟੈਂਪ ਹੋ ਕੇ ਆ ਚੁੱਕਿਆ। ਸਿਮਰਨਪ੍ਰੀਤ ਨੇ 12th ਪਾਸ ਸੀ ਐਂਡ 2018 ਦੇ ਵਿੱਚ ਇਸ ਦੀ 12th ਪਾਸ ਆਊਟ ਸੀ। ਸੋ ਕਿਤੇ ਨਾ ਕਿਤੇ ਥੋੜੀ ਬਹੁਤ ਪ੍ਰੋਫਾਈਲ ਵੀਕ ਸੀ, ਇਸ ਕਰਕੇ ਸ਼ਾਇਦ ਮੈਂ ਸੋਚਦਾ ਵੀ ਪਹਿਲੀ ਵਾਰ ਵੀਜ਼ਾ ਰਿਫਿਊਜ਼ ਹੋਇਆ ਤਾਂ ਉਸ ਤੋਂ ਬਾਅਦ ਰੀਅਪਲਾਈ ਕੀਤਾ, ਚੰਗੇ ਤਰੀਕੇ ਨਾਲ ਕੀਤਾ। ਸਾਡੀ ਟੀਮ ਨੂੰ ਮੈਂ ਮੁਬਾਰਕ ਦਿੰਦਾ ਜੋ ਮਿਹਨਤ ਕਰਦੇ ਹਨ। ਕਿਤੇ ਨਾ ਕਿਤੇ ਸਟੂਡੈਂਟ ਦੀ ਪ੍ਰੋਫਾਈਲ ਦੇ ਨਾਲ ਉਹਨਾਂ ਦੇ ਸੈਂਟੀਮੈਂਟਸ ਜੁੜ ਜਾਂਦੇ ਹਨ।
ਜਦੋਂ ਕੋਈ ਵੀ ਬੰਦਾ ਕਿਸੇ ਐਪਲੀਕੇਸ਼ਨ ਤੇ ਅਸੀਂ ਉਹਦੇ ਵਰਕ ਕਰਦੇ ਹਾਂ, ਉਹਨੂੰ ਰੈਡੀ ਕਰਦੇ ਹਾਂ, ਤਾਂ ਉਸ ਦਾ ਵੀਜ਼ਾ ਆਉਣਾ ਨਾ ਆਉਣਾ ਸਾਡੇ ਲਈ ਵੀ ਬਹੁਤ ਮੈਟਰ ਕਰਦਾ। ਇੱਕ ਸੈਂਟੀਮੈਂਟ ਸਾਡੇ ਵੀ ਉਹਦੇ ਲਈ ਨਾਲ ਜੁੜੇ ਹੁੰਦੇ ਹਨ। ਜਦੋਂ ਵੀਜ਼ਾ ਆਉਂਦਾ ਸਟੂਡੈਂਟ ਦੇ ਨਾਲ ਨਾਲ ਸਾਨੂੰ ਵੀ ਬਹੁਤ ਰਿਫਿਊਜ਼ ਹੁੰਦਾ, ਸਟੂਡੈਂਟ ਦੇ ਨਾਲ ਨਾਲ ਸਾਨੂੰ ਵੀ ਬਹੁਤ ਦੁੱਖ ਹੁੰਦਾ, ਤੇ ਜਦੋਂ ਵੀਜ਼ਾ ਆਉਂਦਾ ਤੇ ਸਟੂਡੈਂਟ ਦੇ ਨਾਲ ਨਾਲ ਸਾਨੂੰ ਵੀ ਉਨੀ ਹੀ ਖੁਸ਼ੀ ਮਿਲਦੀ ਹੈ, ਕਿਉਂਕਿ ਜਦੋਂ ਕੋਈ ਆਪਾਂ ਕਿਸੇ ਚੀਜ਼ ਦੇ ਮਿਹਨਤ ਕਰਦੇ ਹਾਂ ਤਾਂ ਉਹ ਮਿਹਨਤ ਪੂਰੀ ਹੁੰਦੀ ਹੈ ਤਾਂ ਖੁਸ਼ੀ ਹਰ ਇੱਕ ਬੰਦੇ ਨੂੰ ਮਿਲਦੀ ਹੈ। ਉਸ ਤੋਂ ਬਾਅਦ ਜੋ ਪ੍ਰਭਜੀਤ ਸਿੰਘ ਸੰਧੂ ਹੈ, ਪ੍ਰਭਜੀਤ ਸਿੰਘ ਸੰਧੂ ਦਾ ਵੀਜ਼ਾ ਆ ਚੁੱਕਿਆ ਹੈ। ਪ੍ਰਭਜੀਤ ਸਿੰਘ ਸੰਧੂ ਦਾ ਜੋ ਕਾਲਜ ਹੈ, ਇਹਨਾਂ ਦਾ ਨਾਰਥਰਨ ਕਾਲਜ ਦੇ ਵਿੱਚ ਇਹਨਾਂ ਦਾ ਵੀਜ਼ਾ ਆਇਆ ਹੈ। SDS ਪ੍ਰੋਫਾਈਲ ਸੀ ਪ੍ਰਭਜੀਤ ਦੀ, ਸੋ ਮੈਂ ਮੁਬਾਰਕਬਾਦ ਦਿੰਦਾ। ਕਸ਼ਿਸ਼ ਸਾਹਿਬਾ ਭਾਟੀਆ, ਇਹਨਾਂ ਦਾ ਵੀ ਵੀਜ਼ਾ ਯੂਨੀਵਰਸਿਟੀ ਆਫ ਮੈਨੀਟੋਬਾ ਦਾ ਆਇਆ ਹੈ। ਯੂਨੀਵਰਸਿਟੀ ਮੈਨੀਟੋਬਾ HRM ਦੇ ਵਿੱਚ ਇਹ ਪੜ੍ਹਨ ਲਈ ਜਾ ਰਹੇ ਹਨ, ਸੋ ਇਹਨਾਂ ਨੂੰ ਵੀ ਮੈਂ ਮੁਬਾਰਕ ਦਿੰਦਾ, ਸਾਰੀ ਫੈਮਿਲੀ ਨੂੰ। ਉਸ ਤੋਂ ਬਾਅਦ ਵੀਰਪਾਲ ਕੌਰ ਹੈ। ਵੀਰਪਾਲ ਕੌਰ ਦਾ ਜੋ ਇਹ ਸੇਖੋ ਕਲਾ ਬਾਗਾ ਪੁਰਾਣਾ ਦੇ ਹਨ। ਵੀਰਪਾਲ ਦਾ ਕੇਸ ਅਗਰ ਡਿਸਕਸ ਕਰੀਏ ਤਾਂ ਇਸ ਦਾ ਵੀ ਪ੍ਰੋਫਾਈਲ ਬਹੁਤ ਵੀਕ ਸੀ। ਇਸ ਦੇ ਬੈਂਡ ਸਟੂਡੈਂਟ ਦੇ ਜ਼ਰੂਰ 6 ਸੀ, ਓਵਰਆਲ 6 ਸੀ, ਬਟ ਇਹਨਾਂ ਨੇ 12th 2015 ਦੇ ਵਿੱਚ ਕੀਤੀ ਸੀ। ਸੋ ਉਸ ਤੋਂ ਬਾਅਦ ਕੁਝ ਇਹਨਾਂ ਦਾ ਜੋ ਐਕਸਪੀਰੀਅੰਸ ਸੀ 2015 ਦੇ ਵਿੱਚ 12th ਪਾਸ ਹੋਣਾ, ਉਸ ਤੋਂ ਬਾਅਦ 6 ਸਾਲ ਇਹਨਾਂ ਦਾ ਐਕਸਪੀਰੀਅੰਸ ਸੀ ਸਟੂਡੈਂਟ ਦਾ। ਸੋ ਕਿਤੇ ਨਾ ਕਿਤੇ ਪ੍ਰੋਫਾਈਲ ਵੀਕ ਸੀ, ਬਟ ਇਹਨਾਂ ਦਾ ਵੀ ਪਹਿਲਾਂ ਇੱਕ ਰਿਫਿਊਜ਼ਲ ਸੀ, ਉਸ ਤੋਂ ਬਾਅਦ ਅਸੀਂ ਰੀਅਪਲਾਈ ਕੀਤਾ, ਇਹ ਸਾਡੇ ਕੋਲ ਆਏ, ਅਸੀਂ ਕੇਸ ਰੀਅਪਲਾਈ ਕੀਤਾ ਤਾਂ ਇਹਨਾਂ ਦਾ ਵੀਜ਼ਾ ਆਇਆ। ਸੋ ਵੀਕ ਪ੍ਰੋਫਾਈਲ ਸੀ, ਬਟ ਮਿਹਨਤ ਕੀਤੀ ਸੀ ਤਾਂ ਵੀਜ਼ਾ ਆ ਗਿਆ। ਸੋ ਅਰਸ਼ਦੀਪ ਨੂੰ ਵੀ ਮੈਂ ਮੁਬਾਰਕ ਦਿੰਦਾ। ਰਾਪ੍ਰੀਤ ਕੌਰ ਸੇਠੀ, ਇਹਨਾਂ ਦਾ ਸਿੰਨੀਬਰਨ ਕਾਲਜ ਹੈ। ਇਹ ਸਿੰਨੀਬਰਨ ਕਾਲਜ ਦੇ ਵਿਨੀਪੈਗ ਕੈਂਪਸ ਜਾ ਰਹੇ ਹਨ। ਮੈਂ ਦੁਬਾਰਾ ਬਿਜਲੀ ਤੁਹਾਨੂੰ ਦੱਸਣਾ ਚਾਹੁੰਦਾ, ਸਿੰਨੀਬਰਨ ਕਾਲਜ ਜੋ ਕਿ ਬ੍ਰੈਂਡਨ ਦੇ ਵਿੱਚ ਸੀ, ਉਹਨਾਂ ਨੇ ਵਿਨੀਪੈਗ ਦੇ ਵਿੱਚ ਆਪਣਾ ਇੱਕ ਕੈਂਪਸ ਓਪਨ ਕੀਤਾ। ਜਿਹੜੇ ਸਟੂਡੈਂਟ ਮੇਨ ਵਿਨੀਪੈਗ ਜਾਣਾ ਚਾਹੁੰਦੇ ਹਨ, ਸਿੰਨੀਬਰਨ ਕਾਲਜ ਉਹਨਾਂ ਦੇ ਲਈ ਇੱਕ ਬੈਟਰ ਚੁਆਇਸ ਹੈ। ਮੋਸਟਲੀ ਵਿਨੀਪੈਗ ਕੈਂਪਸ ਦੇ ਵਿੱਚ ਇਹ ਪੋਸਟ ਗ੍ਰੈਜੂਏਟ ਪ੍ਰੋਗਰਾਮ ਹੀ ਆਫਰ ਕਰਦਾ। ਸੋ ਜੋ ਸਟੂਡੈਂਟ ਜਿਨ੍ਹਾਂ ਦੀ ਬੈਚਲਰ ਪਾਸ ਆਊਟ ਹੈ, 6 ਸੀ ਓਵਰਆਲ 6.5 ਬੈਂਡ ਹਨ, ਐਂਡ ਮੇਨ ਵਿਨੀਪੈਗ ਜਾਣਾ ਚਾਹੁੰਦੇ ਹਨ ਐਂਡ ਬਿਜ਼ਨਸ ਦੇ ਕੋਰਸ ਲੈਣਾ ਚਾਹੁੰਦੇ ਹਨ, ਸਿੰਨੀਬਰਨ ਕਮਿਊਨਿਟੀ ਕਾਲਜ ਉਹਨਾਂ ਦੇ ਲਈ ਇੱਕ ਬਹੁਤ ਅੱਛੀ ਚੁਆਇਸ ਹੈ। ਸੋ ਪਹਿਲਾਂ ਕਿਤੇ ਨਾ ਕਿਤੇ ਬੱਚੇ ਸਿੰਨੀਬਰਨ ਕਾਲਜ ਲੈਣ ਤੋਂ ਗੁਰੇਜ਼ ਕਰਦੇ ਸਨ, ਕਿਉਂਕਿ ਇਹਦਾ ਕੈਂਪਸ ਆਲਮੋਸਟ 90-95 ਕਿਲੋਮੀਟਰ ਆਊਟਸਾਈਡ ਵਿਨੀਪੈਗ ਬ੍ਰੈਂਡਨ ਦੇ ਵਿੱਚ ਸੀ। ਬਟ ਹੁਣ 2021 ਤੋਂ ਇਹਨਾਂ ਨੇ ਜੋ ਆਪਣਾ ਕੈਂਪਸ ਮੇਨ ਵਿਨੀਪੈਗ ਦੇ ਵਿੱਚ ਰੋਬਰਟਸਨ ਕਾਲਜ ਦੇ ਨਾਲ ਇਹਨਾਂ ਨੇ ਟਾਈ ਕੀਤੇ ਆ। ਸੋ ਵਿਨੀਪੈਗ ਦੇ ਵਿੱਚ ਵੀ ਬੱਚੇ ਰਹਿ ਕੇ ਕਲਾਸਾਂ ਲੈ ਸਕਦੇ ਆ ਜਾਂ ਕਲਾਸਾਂ ਸਟਾਰਟ ਕਰ ਸਕਦੇ ਆ। ਉਸ ਤੋਂ ਬਾਅਦ ਸੰਜੀਵ ਕੁਮਾਰ ਦਾ ਪਾਸਪੋਰਟ ਹੈ। ਸੰਜੀਵ ਕੁਮਾਰ ਜੋ ਕਿ ਕੋਟ ਟੀਸੇ ਸਟਰੀਟ ਪੰਤਾ ਵਾਲੀ ਹੈ, ਕੋਟ ਟੀਸੇ ਖਾਂ ਮੋਗਾ ਤੋਂ ਨੇ। ਸੰਜੀਵ ਕੁਮਾਰ ਦਾ ਵੀਜ਼ਾ ਲੈਂਪਟਨ ਕਾਲਜ ਦੇ ਵਿੱਚ ਆਇਆ ਹੈ। ਮੈਂ ਮੁਬਾਰਕਬਾਦ ਦਿੰਦਾ ਸੰਜੀਵ ਕੁਮਾਰ ਨੂੰ ਵੀ। ਜਸਪ੍ਰੀਤ ਕੌਰ ਜੋ ਕਿ BPO ਫੱਤਾ ਮਲੂਕਾ ਡਿਸਟ੍ਰਿਕਟ ਮਾਨਸਾ ਤੋਂ ਹਨ। ਜਸਪ੍ਰੀਤ ਕੌਰ ਦਾ ਜੋ ਵੀਜ਼ਾ ਸ਼ੈਰੀਡਨ ਕਾਲਜ ਦੇ ਵਿੱਚ ਆਇਆ ਹੈ, SDS ਪ੍ਰੋਫਾਈਲ ਸੀ। ਸੋ ਜਸਪ੍ਰੀਤ ਕੌਰ ਤੇ ਉਹਦੀ ਸਾਰੀ ਫੈਮਿਲੀ ਨੂੰ ਵੀਜ਼ੇ ਦੀਆਂ ਮੁਬਾਰਕਾਂ। ਜਸ਼ਨਦੀਪ ਕੌਰ ਜਿਨ੍ਹਾਂ ਦਾ ਕਿ ਵੀਜ਼ਾ ਸੈਂਟ ਕਲੇਅਰ ਦੇ ਵਿੱਚ ਆਇਆ ਹੈ, ਬੁਰਜ ਹਰੀ ਮਾਨਸਾ ਤੋਂ ਹਨ। ਜਸ਼ਨਪ੍ਰੀਤ ਕੌਰ ਦਾ ਕੇਸ ਵੀ ਥੋੜਾ ਡਿਫਰੈਂਟ ਸੀ, ਕਿਉਂਕਿ ਜਦੋਂ ਇਹਨਾਂ ਦਾ ਅਸੀਂ ਕੇਸ ਅਪਲਾਈ ਕੀਤਾ ਸੀ ਤਾਂ ਉਸ ਤੋਂ ਕੁਝ ਟਾਈਮ ਬਾਅਦ ਇਹਨਾਂ ਦਾ IELTS ਐਕਸਪਾਇਰ ਹੋ ਗਿਆ ਸੀ। ਸੋ ਬੇਸਿਕਲੀ ਜਦੋਂ ਤੁਸੀਂ ਫਾਈਲ ਸਬਮਿਟ ਕਰ ਰਹੇ ਹੋ ਉਸ ਟਾਈਮ ਤੁਹਾਡਾ IELTS ਵੈਲਿਡ ਹੋਣਾ ਚਾਹੀਦਾ, ਚਾਹੇ ਉਸ ਤੋਂ 2 ਦਿਨ ਬਾਅਦ ਐਕਸਪਾਇਰ ਹੋ ਜੇ ਤਾਂ ਕੋਈ ਮੈਟਰ ਨਹੀਂ ਕਰਦਾ। ਉਸ ਤੋਂ ਬਾਅਦ ਵੀਜ਼ਾ ਆਫਿਸਰ ਤੇ ਹੁੰਦਾ, ਉਹ ਵੀਜ਼ਾ ਦਿੰਦਾ, ਵੀਜ਼ਾ ਰਿਫਿਊਜ਼ ਕਰਦਾ ਜਾਂ ਪਾਸਪੋਰਟ ਜਾਂ IELTS ਦੇ ਦੁਆਰਾ ਡਿਮਾਂਡ ਕਰਦਾ। ਸੋ ਜਸ਼ਨ ਦਾ ਜਦੋਂ ਅਸੀਂ ਕੇਸ ਅਪਲਾਈ ਕੀਤਾ ਸੀ ਉਸ ਤੋਂ ਕੁਝ ਟਾਈਮ ਬਾਅਦ ਦਾ IELTS ਐਕਸਪਾਇਰ ਹੋ ਗਿਆ। ਦੈਨ ਕਾਫੀ ਟਾਈਮ ਬਾਅਦ ਅੰਬੈਸੀ ਵੱਲੋਂ ਦੁਬਾਰਾ IELTS ਦੀ ਡਿਮਾਂਡ ਕੀਤੀ ਗਈ। ਇੱਕ ਲੈਟਰ ਆਇਆ ਅੰਬੈਸੀ ਵੱਲੋਂ, ਬੱਚੇ ਨੂੰ ਆਲਮੋਸਟ ਮਹੀਨੇ 1.5 ਮਹੀਨੇ ਦਾ ਟਾਈਮ ਦਿੱਤਾ ਸੀ ਤੇ ਦੁਬਾਰਾ ਬੈਂਡ ਲੈਣ ਲਈ ਕਿਹਾ ਸੀ, ਕਿਉਂਕਿ ਇਹਨਾਂ ਦੇ ਪਹਿਲਾਂ ਵੀ 6 ਈਚ ਓਵਰਆਲ 6 ਬੈਂਡ ਸੀ, ਬੈਚਲਰ ਕੀਤੀ ਸੀ, ਤਾਂ ਜੋ ਅਸੀਂ ਵੀ ਸੈਂਟ ਕਲੇਅਰ ਕਾਲਜ ਦੇ ਵਿੱਚ ਪੋਸਟ ਗ੍ਰੈਜੂਏਟ ਡਿਪਲੋਮਾ ਲਿੱਤਾ ਸੀ, ਕਿਉਂਕਿ 6 ਈਚ ਓਵਰਆਲ 6 ਤੇ ਸੈਂਟ ਕਲੇਅਰ ਸੌਲਟ ਇੱਦਾਂ ਦੇ ਕਾਲਜ ਹਨ ਜਿਨ੍ਹਾਂ 'ਚ ਪੋਸਟ ਗ੍ਰੈਜੂਏਟ ਡਿਪਲੋਮਾ 'ਚ ਐਡਮਿਸ਼ਨ ਮਿਲ ਜਾਂਦੀ ਹੈ। ਸੋ ਜਸ਼ਨ ਨੇ ਦੁਬਾਰਾ ਐਗਜ਼ਾਮ ਦਿੱਤਾ। ਲੈਟਰ ਦੇ ਵਿੱਚ ਸੀ ਵੀ ਐਜ਼ ਪਰ SDS ਤੁਹਾਡੇ IELTS ਸਕੋਰ ਹੋਣਾ ਚਾਹੀਦਾ, ਮਤਲਬ 6 ਈਚ ਓਵਰਆਲ 6 ਸਟੂਡੈਂਟ ਦੇ ਉਹਨਾਂ ਨੇ ਡਿਮਾਂਡ ਕੀਤੇ ਸੀ। ਜਦੋਂ ਸਟੂਡੈਂਟ ਨੇ ਐਗਜ਼ਾਮ ਦਿੱਤਾ ਤਾਂ ਇਹਨਾਂ ਦੇ 6 ਈਚ ਓਵਰਆਲ 6 ਨਹੀਂ ਆਏ
ਇੱਕ ਮੋਡਿਊਲ 'ਚੋਂ 5.5 ਰਹਿ ਗਏ, ਬਟ ਕਿਉਂਕਿ ਟਾਈਮ ਥੋੜਾ ਸੀ ਸਾਨੂੰ ਉਹ ਐਗਜ਼ਾਮ ਅਪਡੇਟ ਕਰਨਾ ਪਿਆ ਐਮਬੈਸੀ ਦੇ ਵਿੱਚ, ਐਂਡ ਨਾਲ ਅਸੀਂ ਨੈਕਸਟ ਐਗਜ਼ਾਮ ਦੀ ਬੁਕਿੰਗ ਵੀ ਕਰਤੀ ਸੀ ਵੀ ਬੱਚਾ ਦੁਬਾਰਾ ਵੀ ਰੀਟੇਕ ਕਰਨਾ ਚਾਹੁੰਦਾ। ਬਟ ਜਿਸ ਦਿਨ ਅਸੀਂ ਇਹਨਾਂ ਦਾ ਆਇਲਸ ਦਾ ਐਗਜ਼ਾਮ ਅਪਡੇਟ ਕੀਤਾ, ਉਸ ਤੋਂ ਦੂਸਰੇ ਜਾਂ ਤੀਸਰੇ ਦਿਨ ਹੀ ਇਹਨਾਂ ਦਾ ਵੀਜ਼ਾ ਆ ਚੁੱਕਿਆ। ਸੋ ਇਦਾਂ ਦਾ ਕਈ ਵਾਰੀ ਇਹ ਚੀਜ਼ ਧਿਆਨ ਰੱਖਣੀ। ਕਈ ਵਾਰੀ ਜਦੋਂ ਤੁਸੀਂ ਆਪਣਾ ਕੇਸ ਅਪਲਾਈ ਕੀਤਾ, ਮੋਸਟਲੀ ਸਟੂਡੈਂਟ ਦਾ ਹੁੰਦਾ ਵੀ ਸਾਡਾ ਜੀ ਆਇਲਸ ਐਕਸਪਾਇਰ ਹੋ ਜਾਣਾ। ਜਿਸ ਦਿਨ ਤੁਹਾਡੀ ਪ੍ਰੋਫਾਈਲ ਹਾਈ ਕਮਿਸ਼ਨ ਦੇ ਵਿੱਚ ਜਾਣੀ ਆ, ਉਸ ਦਿਨ ਤੁਹਾਡਾ ਆਇਲਸ ਵੈਲਿਡ ਚਾਹੀਦਾ, ਚਾਹੇ ਉਸ ਤੋਂ 2 ਦਿਨ ਬਾਅਦ ਆਇਲਸ ਐਕਸਪਾਇਰ ਹੋ ਜਾਏ, ਕੋਈ ਮੈਟਰ ਨਹੀਂ ਕਰਦਾ। ਉਸ ਤੋਂ ਬਾਅਦ ਧਿਆਨ ਰੱਖਣਾ ਆਪਣੀ ਪ੍ਰੋਫਾਈਲ ਤੇ, ਬਟ ਆਪਣੀ ਤਿਆਰੀ ਨਾਲ ਨਾਲ ਰੱਖੋ ਆਇਲਸ ਦੀ। ਇਦਾਂ ਨਾ ਹੋਵੇ ਵੀ ਫਾਈਲ ਲਾਤੀ ਤੇ ਤੁਸੀਂ ਘਰੇ ਬੈਠ ਜਾਓ, ਵਿਹਲਾ ਟਾਈਮ ਤੁਸੀਂ ਵਿਹਲੇ ਬੈਠ ਕੇ ਵੀ ਟਾਈਮ ਵੇਸਟ ਕਰ ਦੇਣਾ। ਜਦੋਂ ਕੈਨੇਡਾ ਵਰਗੀ ਕੰਟਰੀ 'ਚ ਜਾਣਾ, ਜੋ ਇੰਗਲਿਸ਼ ਸਪੀਕਿੰਗ ਕੰਟਰੀਜ਼ ਨੇ, ਉੱਥੇ ਤੁਸੀਂ ਇੰਗਲਿਸ਼ ਤੋਂ ਨਹੀਂ ਭੱਜ ਸਕਦੇ। ਸੋ ਅਗਰ ਤੁਹਾਡਾ ਆਇਲਸ ਐਕਸਪਾਇਰ ਹੋ ਗਿਆ ਤਾਂ ਬਟ ਆਪਣੀਆਂ ਆਇਲਸ ਦੀਆਂ ਕਲਾਸਿਸ ਕੰਟੀਨਿਊ ਰੱਖਿਓ, ਕਲਾਸਾਂ ਲਾਉਂਦੇ ਰਹੋ। ਇਨ ਕੇਸ ਹਾਈ ਕਮਿਸ਼ਨ ਤੁਹਾਡੇ ਤੋਂ ਆਇਲਸ ਦੀ ਡਿਮਾਂਡ ਕਰਦੇ, ਸੋ ਤੁਹਾਡੀ ਤਿਆਰੀ ਹੋਣੀ ਚਾਹੀਦੀ। ਨਹੀਂ ਵੀ ਹੈ ਤਾਂ ਆਪਣਾ ਐਗਜ਼ਾਮ ਦੇ ਕੇ ਰੱਖੋ, ਕੋਈ ਪਤਾ ਕਦੋਂ ਅੰਬੈਸੀ ਵੱਲੋਂ ਕੋਈ ਇਦਾਂ ਦੀ ਜੋ ਡਿਮਾਂਡ ਕੀਤੀ ਜਾਵੇ। ਉਸ ਤੋਂ ਬਾਅਦ ਸਰਬਜੀਤ ਕੌਰ ਹੈ। ਸਰਬਜੀਤ ਕੌਰ ਦਾ ਜੋ ਕਿ ਲਾਅਲਿਸਟ ਕਾਲਜ ਹੈ, ਇਹਨਾਂ ਦੇ ਇੱਕ ਮੋਡਿਊਲ 'ਚੋਂ 5.5 ਸੀ। ਇਹ ਮੌੜ ਕਲਾਂ ਬਠਿੰਡਾ ਤੋਂ ਨੇ। ਸਰਬਜੀਤ ਕੌਰ ਦੀ ਸਾਰੀ ਫੈਮਿਲੀ ਨੂੰ ਮੁਬਾਰਕ ਦਿੰਦਾ। ਸੋ ਇਹ 11 ਟੋਟਲ ਪਾਸਪੋਰਟ ਨੇ ਜੋ ਅੱਜ ਸਟੈਂਪ ਹੋ ਕੇ ਆਏ ਹਨ। ਸੋ ਇਹਨਾਂ ਦੇ ਵਿੱਚੋਂ ਕੁਝ ਕੇਸ ਤੁਹਾਡੇ ਨਾਲ ਡਿਸਕਸ, ਜਿਵੇਂ ਮੈਂ ਤੁਹਾਨੂੰ ਦੱਸਿਆ ਡਿਸਕਸ ਕਰਨ ਵਾਲੇ ਸੀ, ਇੱਦਾਂ ਦੇ ਕਈ ਵਾਰੀ ਤੁਹਾਡੀ ਵੀ ਇੱਦਾਂ ਦੀ ਕੋਈ ਪ੍ਰੋਬਲਮ ਆਉਂਦੀ ਹੈ ਤਾਂ ਤੁਹਾਨੂੰ ਪਤਾ ਲੱਗਦਾ। ਉਸ ਤੋਂ ਬਾਅਦ 2 ਅਸੀਂ ਪਾਸਪੋਰਟ ਰਿਕੁਐਸਟ ਰਿਸੀਵ ਕੀਤੀਆਂ। ਹਰਵਿੰਦਰ ਸਿੰਘ ਸਿੱਧੂ ਜੋ ਕਿ ਗੈਲੇਵਾਲਾ ਤੋਂ ਹਨ, ਡਿਸਟ੍ਰਿਕਟ ਬਠਿੰਡਾ, ਐਂਡ ਜਸਵੀਰ ਕੌਰ ਸਿੱਧੂ। ਇਹਨਾਂ ਦਾ ਵਿਜ਼ਟਰ ਵੀਜ਼ਾ ਸੀ। ਇਹਨਾਂ ਦਾ ਬੇਟਾ ਜੋ ਕਿ ਸਰਬਜੀਤ ਸਿੰਘ ਜੋ ਕਿ ਸਰੀ ਦੇ ਵਿੱਚ ਰਹਿੰਦੇ ਹਨ, ਇਹਨਾਂ ਦਾ ਵਿਜ਼ਟਰ ਵੀਜ਼ਾ ਅਪਲਾਈ ਕੀਤਾ ਸੀ। ਇਹਨਾਂ ਦਾ ਆਲਮੋਸਟ 40-45 ਦਿਨ ਦੇ ਵਿੱਚ ਜੋ ਕਿ ਵਿਜ਼ਟਰ ਵੀਜ਼ੇ ਦੀ ਪਾਸਪੋਰਟ ਰਿਕੁਐਸਟ ਆ ਗਈ। ਦੋਸਤੋ ਅਗਰ ਵਿਜ਼ਟਰ ਵੀਜ਼ੇ ਬਾਰੇ ਆਪਾਂ ਗੱਲ ਕਰੀਏ ਤਾਂ ਕਾਫੀ ਲੋਕ ਕਾਫੀ ਸਮੇਂ ਦੀ ਵੇਟ ਕਰ ਰਹੇ ਹਨ ਵਿਜ਼ਟਰ ਵੀਜ਼ਾ ਵਾਸਤੇ। ਆਲਮੋਸਟ 1.5 ਸਾਲ ਤੋਂ, ਜਦੋਂ ਤੋਂ ਕੋਵਿਡ ਲਾਕਡਾਊਨ ਵਗੈਰਾ ਚੱਲਿਆ, ਪਹਿਲਾ ਲਾਕਡਾਊਨ ਆਇਆ ਫਿਰ ਦੂਸਰਾ ਲਾਕਡਾਊਨ ਆਇਆ, ਤਾਂ ਕਾਫੀ ਫੈਮਿਲੀ ਜਿਨ੍ਹਾਂ ਦੇ ਬੱਚੇ ਕੈਨੇਡਾ ਹਨ ਜਾਂ ਕੁਝ ਦੇ ਭੈਣ ਭਰਾ ਕੈਨੇਡਾ ਹਨ, ਤਾਂ ਉਹਨਾਂ ਨੇ ਵਿਜ਼ਟਰ ਵੀਜ਼ਾ ਅਪਲਾਈ ਕਰਨਾ ਸੀ, ਬਟ ਕਿਤੇ ਨਾ ਕਿਤੇ ਉਹ ਵੇਟ ਕਰ ਰਹੇ ਸੀ ਵੀ ਪ੍ਰੋਸੈਸ ਨਾਰਮਲ ਹੋਣ ਦਿਓ, ਵੀਜ਼ਾ ਆਉਣੇ ਸਟਾਰਟ ਹੋਣ, ਵਿਜ਼ਟਰ ਵੀਜ਼ਾ ਆਉਣੇ ਸਟਾਰਟ ਹੋਣ, ਉਸ ਤੋਂ ਬਾਅਦ ਅਪਲਾਈ ਕਰਾਂਗੇ। ਸਾਡੇ ਕੋਲ ਵੀ ਜਦੋਂ ਕਾਲਸ ਵਗੈਰਾ ਆਉਂਦੀਆਂ ਸੀ, ਡੇਲੀ ਵਿਜ਼ਿਟਿੰਗ ਆਉਂਦੀ ਸੀ, ਅਸੀਂ ਵੀ ਕਹਿੰਦੇ ਸੀ ਹਾਲੇ ਵੇਟ ਕਰੋ, ਵਿਜ਼ਟਰ ਵੀਜ਼ਾ ਦਾ ਪ੍ਰੋਸੈਸ ਚੱਲ ਲੈਣ ਦਿਓ। ਆਲਮੋਸਟ 150-200 ਨੰਬਰ ਵੀ ਅਸੀਂ ਨੋਟ ਕੀਤਾ ਵਾ ਸੀ ਵੀ ਜਦੋਂ ਪ੍ਰੋਸੈਸ ਚੱਲੂਗਾ ਤਾਂ ਅਸੀਂ ਸਾਰਿਆਂ ਨੂੰ ਕਾਲ ਕਰਾਂਗੇ। ਸੋ ਜੋ ਵੀਰ ਹਲੇ ਵੀ, ਜੋ ਭੈਣ ਭਰਾ ਹਲੇ ਵੀ ਵੇਟ ਕਰ ਰਹੇ ਹਨ, ਮੈਂ ਉਹਨਾਂ ਨੂੰ ਦੱਸਣਾ ਚਾਹੁੰਦਾ ਵਿਜ਼ਟਰ ਵੀਜ਼ੇ ਦਾ ਪ੍ਰੋਸੈਸ ਸਟਾਰਟ ਹੋ ਗਿਆ। ਅਗਰ ਤੁਸੀਂ ਆਪਣੇ ਬੱਚਿਆਂ ਨੂੰ ਮਿਲਣ ਕੈਨੇਡਾ ਜਾਣਾ, ਜਾਂ ਬੱਚਿਆਂ ਨੇ ਆਪਣੇ ਪੇਰੈਂਟਸ ਨੂੰ ਕੈਨੇਡਾ ਆਪਣੇ ਕੋਲ ਬੁਲਾਉਣਾ, ਕੀ ਤੁਹਾਡਾ ਕੋਈ ਭੈਣ ਭਰਾ ਇੰਡੀਆ ਦੇ ਵਿੱਚ ਹੈ ਉਹਨਾਂ ਨੂੰ ਤੁਸੀਂ ਉੱਥੇ ਬੁਲਾਉਣਾ, ਤਾਂ ਜੋ ਪ੍ਰੈਜ਼ੈਂਟ ਟਾਈਮ ਜੋ ਇੱਕ ਸਹੀ ਟਾਈਮ ਹੈ ਵਿਜ਼ਟਰ ਵੀਜ਼ਾ ਅਪਲਾਈ ਕਰਨ ਦਾ, ਕਿਉਂਕਿ ਹਾਲੇ ਪ੍ਰੋਸੈਸ ਸਟਾਰਟ ਹੋਇਆ ਐਂਡ ਰਿਜ਼ਲਟ ਵੀ ਪੋਜ਼ਿਟਿਵ ਆ ਰਹੇ ਹਨ। ਪ੍ਰੋਸੈਸ ਤਾਂ ਚੱਲ ਪੈਂਦਾ, ਸਾਰਿਆਂ ਨਾਲੋਂ ਵੱਡੀ ਚੀਜ਼ ਹੁੰਦੀ ਹੈ ਰਿਜ਼ਲਟ ਕਿਸ ਤਰੀਕੇ ਦੇ ਆ ਰਹੇ ਹਨ, ਪੋਜ਼ਿਟਿਵ ਆ ਰਹੇ ਹਨ, ਨੈਗੇਟਿਵ ਆ ਰਹੇ ਹਨ। ਬਟ ਵਿਜ਼ਟਰ ਵੀਜ਼ੇ ਦਾ ਪ੍ਰੋਸੈਸ ਵੀ ਚੱਲ ਪਿਆ ਐਂਡ ਰਿਜ਼ਲਟ ਵੀ ਪੋਜ਼ਿਟਿਵ ਆ ਰਹੇ ਹਨ। ਸੋ ਜੋ ਸੱਜਣ ਵਿਜ਼ਟਰ ਵੀਜ਼ਾ ਦੀ ਵੇਟ ਕਰ ਰਹੇ ਹਨ ਅਪਲਾਈ ਕਰਨ ਦੀ, ਉਹਨਾਂ ਲਈ ਇੱਕ ਸਹੀ ਸਮਾਂ ਅਪਲਾਈ ਕਰਨ ਦਾ, ਆਪਣਾ ਕੇਸ ਅਪਲਾਈ ਕਰਨ, ਛੇਤੀ ਤੋਂ ਛੇਤੀ ਅਪਰੂਵਲ ਲੈਣ। ਮੈਂ ਅਪੀਲ ਕਰਦਾ ਜੇ ਤੁਸੀਂ ਕੇਸ ਅਪਲਾਈ ਕਰਨਾ ਤਾਂ ਦਸੰਬਰ ਤੋਂ ਪਹਿਲਾਂ ਕਰੋ, ਕਿਉਂਕਿ ਲਾਸਟ ਈਅਰ ਦਸੰਬਰ ਨੂੰ ਛੱਡ ਕੇ ਮੈਂ ਹਰ ਵਾਰ ਦਾ ਰਿਜ਼ਲਟ ਨੋਟ ਕੀਤਾ, ਦਸੰਬਰ ਦੇ ਵਿੱਚ ਵਿਜ਼ਟਰ ਵੀਜ਼ੇ ਦਾ ਰਿਜ਼ਲਟ ਮੋਸਟਲੀ ਚੰਗਾ ਆਉਂਦਾ ਐਂਡ ਬਹੁਤ ਤੇਜ਼ੀ ਨਾਲ ਆਉਂਦਾ। 10 ਤੋਂ 20 ਦਸੰਬਰ ਦਾ ਜੋ ਸਮਾਂ ਹੁੰਦਾ ਹੈ, ਇਸ ਦੇ ਵਿੱਚ ਰਿਜ਼ਲਟ ਵਿੱਚ ਬਹੁਤ ਤੇਜ਼ੀ ਆਉਂਦੀ ਹੈ। ਸਿਰਫ ਪਿਛਲੇ ਸਾਲ ਨੂੰ ਛੱਡ ਕੇ ਉਸ ਤੋਂ 4 ਸਾਲ ਦਾ ਅਗਰ ਆਪਾਂ ਦੇਖੀਏ, ਪਿਛਲੇ 4 ਸਾਲ ਦਾ, ਤਾਂ ਹਰ ਸਾਲ ਇਹੀ ਚੀਜ਼ ਹੁੰਦੀ ਸੀ, ਵਿਜ਼ਟਰ ਵੀਜ਼ੇ ਦਾ ਰਿਜ਼ਲਟ ਵੀ ਆਉਂਦਾ ਸੀ ਐਂਡ ਤੇਜ਼ੀ ਨਾਲ ਆਉਂਦਾ ਸੀ। ਸੋ ਅਗਰ ਤੁਸੀਂ ਸੋਚ ਵੀ ਰਹੇ ਹੋ, ਸਾਰਿਆਂ ਨਾਲੋਂ ਪਹਿਲਾਂ ਆਪਣੇ ਵਿਜ਼ਟਰ ਵੀਜ਼ੇ ਦੀ ਕਾਉਂਸਲਿੰਗ ਲਓ, ਜਿੱਥੋਂ ਤੁਸੀਂ ਆਪਣਾ ਕੇਸ ਅਪਲਾਈ ਕਰਨਾ ਜਾ ਕੇ ਕਾਉਂਸਲਿੰਗ ਲਓ, ਐਂਡ ਸਾਰਿਆਂ ਨਾਲੋਂ ਜ਼ਰੂਰੀ ਬਾਇਓਮੈਟ੍ਰਿਕ ਦੀ ਡੇਟ ਚੈੱਕ ਕੇ ਰੱਖੋ। ਸੋ ਇਦਾਂ ਨਹੀਂ ਹੈਗਾ ਵੀ ਤੁਸੀਂ 15 ਦਿਨ ਬਾਅਦ ਅਪਲਾਈ ਕਰਨਾ ਤਾਂ ਉਦੋਂ ਜਾ ਕੇ ਬਾਇਓਮੈਟ੍ਰਿਕ ਦੀ ਡੇਟ ਚੈੱਕ ਨਹੀਂ, ਬਾਇਓਮੈਟ੍ਰਿਕ ਦੀ ਡੇਟ ਤੁਸੀਂ ਬਾਇਓਮੈਟ੍ਰਿਕ ਅਪਾਇੰਟਮੈਂਟ ਤੁਸੀਂ ਪਹਿਲਾਂ ਵੀ ਬੁੱਕ ਕਰ ਸਕਦੇ ਹੋ। ਸੋ ਚਾਹੇ ਤੁਹਾਡੇ ਡਾਕੂਮੈਂਟ ਰੈਡੀ ਹਨ, ਨਹੀਂ ਰੈਡੀ ਹਨ, ਤੁਸੀਂ ਪਲਾਨ ਕਰਨਾ ਨਹੀਂ ਕਰਨਾ, ਬਾਇਓਮੈਟ੍ਰਿਕ ਅਪਾਇੰਟਮੈਂਟ ਦੇ ਕੋਈ ਚਾਰजेस ਨਹੀਂ ਲੱਗਦੇ, ਉਹ ਫ੍ਰੀ ਆਫ ਕਾਸਟ ਹੁੰਦੀ ਹੈ। ਬਟ ਐਟ ਲੀਸਟ ਤੁਹਾਨੂੰ ਦਸੰਬਰ ਦੀ ਬਾਇਓਮੈਟ੍ਰਿਕ ਅਪਾਇੰਟਮੈਂਟ ਮਿਲ ਜੇ, ਦੂਰ ਦੀ ਮਿਲੇ ਨੇੜੇ ਦੀ ਮਿਲ ਜੇ, ਬੁੱਕ ਕਰਕੇ ਵੇਟ ਕਰੋ। ਮੈਨੂੰ ਉਮੀਦ ਹੈ ਵੀ ਦਸੰਬਰ ਦੇ ਵਿੱਚ ਵਿਜ਼ਟਰ ਵੀਜ਼ੇ ਦੇ ਪ੍ਰੋਸੈਸ ਦੇ ਵਿੱਚ ਹੋਰ ਵੀ ਤੇਜ਼ੀ ਹੈ। ਧੰਨਵਾਦ।